ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋ ਤੇ ਵਧੀਆ ਪੜ੍ਹਾਈ ਵੀ ਚੱਲ ਰਹੀ ਹੈ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਚੌਥੀ ਜਮਾਤ ਦਾ ਤੀਜਾ ਪਾਠ ਬਾਲ ਸੁਖਦੇਵ। ਆਓ ਸ਼ੁਰੂ ਕਰਦੇ ਹਾਂ। ਸ਼ਹੀਦ ਸੁਖਦੇਵ ਨੂੰ ਕੌਣ ਨਹੀਂ ਜਾਣਦਾ। ਉਸ ਦਾ ਨਾਂ ਆਜ਼ਾਦੀ ਦੀ ਲੜਾਈ 'ਚ ਹਿੱਸਾ ਲੈਣ ਵਾਲਿਆਂ ਦੀ ਪਹਿਲੀ ਕਤਾਰ ਵਿੱਚ ਲਿਆ ਜਾਂਦਾ ਹੈ। ਉਹ ਭਗਤ ਸਿੰਘ ਦਾ ਨੇੜੇ ਦਾ ਸਾਥੀ ਸੀ। ਭਗਤ ਸਿੰਘ ਨਾਲ ਜਿਹੜੇ ਦੋ ਸਾਥੀਆਂ ਨੂੰ ਫਾਂਸੀ ਲਾਇਆ ਗਿਆ ਸੀ, ਸੁਖਦੇਵ ਉਹਨਾਂ ਵਿੱਚੋਂ ਇੱਕ ਸੀ। ਇਹਨਾਂ ਦਾ ਤੀਜਾ ਸਾਥੀ ਰਾਜਗੁਰੂ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ। ਤੇ ਇੱਥੇ ਗੱਲ ਕੀਤੀ ਗਈ ਹੈ ਸ਼ਹੀਦ ਸੁਖਦੇਵ ਜੀ ਦੀ, ਜਿਨ੍ਹਾਂ ਬਾਰੇ ਕੌਣ ਨਹੀਂ ਜਾਣਦਾ। ਇਹ ਭਗਤ ਸਿੰਘ ਜੀ ਦੇ ਨਾਲ ਹੀ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਏ ਸਨ ਤੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਤੇ ਜਿਹੜੇ ਰਾਜਗੁਰੂ ਜੀ ਹਨ ਉਹ ਮਹਾਰਾਸ਼ਟਰ ਦੇ ਰਹਿਣ ਵਾਲੇ ਸੀ। ਸੁਖਦੇਵ ਦਾ ਜਨਮ 15 ਮਈ 1907 ਈਸਵੀ ਨੂੰ ਪਿਤਾ ਰਾਮ ਲਾਲ ਥਾਪੜ ਅਤੇ ਮਾਤਾ ਰਲੀ ਦੇਵੀ ਦੇ ਘਰ ਲੁਧਿਆਣਾ ਵਿੱਚ ਹੋਇਆ ਤੇ ਇਹਨਾਂ ਦਾ ਜਨਮ ਲੁਧਿਆਣਾ ਵਿੱਚ ਹੋਇਆ ਸੀ 15 ਮਈ 1907 ਈਸਵੀ ਨੂੰ। ਆਓ ਅੱਜ ਤੁਹਾਨੂੰ ਸੁਖਦੇਵ ਦੇ ਬਚਪਨ ਦੀਆਂ ਕੁਝ ਗੱਲਾਂ ਦੱਸਦੇ ਹਾਂ। ਹੁਣ ਉਹਨਾਂ ਦੇ ਬਚਪਨ ਦੀਆਂ ਕੁਝ ਗੱਲਾਂ ਬਾਰੇ ਜਾਗਰੂਕ ਹੁੰਦੇ ਹਾਂ। ਸੁਖਦੇਵ ਦੀ ਚਚੇਰੀ ਭੈਣ ਗੌਰਾ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ। ਉਹ ਬਚਪਨ ਵਿੱਚ ਸੁਖਦੇਵ ਨੂੰ ਗੋਦੀ ਚੁੱਕ ਕੇ ਖਿਡਾਉਂਦੀ ਹੁੰਦੀ ਸੀ। ਗੌਰਾ ਸੁਖਦੇਵ ਤੋਂ 7 ਸਾਲ ਵੱਡੀ ਸੀ। ਜਦ ਕਦੇ ਘਰ ਵਿੱਚ ਕੋਈ ਜੀ ਸੁਖਦੇਵ ਨੂੰ ਡਾਂਟਦਾ ਤਾਂ ਗੌਰਾ ਉਸ ਨਾਲ ਰੁੱਸ ਜਾਂਦੀ ਸੀ। ਜਦ ਘਰ ਵਿੱਚ ਸੁਖਦੇਵ ਕੋਈ ਸ਼ਰਾਰਤ ਕਰਦਾ ਜਾਂ ਗਲਤੀ ਕਰਦਾ ਤਾਂ ਗੌਰਾ ਸੁਖਦੇਵ ਦਾ ਹੀ ਪੱਖ ਪੂਰਦੀ ਸੀ। ਤੇ ਸੁਖਦੇਵ ਜੀ ਦੀ ਇੱਕ ਚਚੇਰੀ ਭੈਣ ਸੀ ਜਿਹਦਾ ਨਾਂ ਸੀ ਗੌਰਾ, ਜੋ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ। ਤੇ ਜੇ ਘਰ ਵਿੱਚ ਕੋਈ ਵੀ ਸੁਖਦੇਵ ਨੂੰ ਝਿੜਕਦਾ ਕਿਸੇ ਗੱਲ ਵਜੋਂ ਤਾਂ ਉਹ ਉਹਨਾਂ ਨਾਲ ਰੁੱਸ ਜਾਂਦੀ ਸੀ। ਤੇ ਜੇ ਸੁਖਦੇਵ ਤੋਂ ਵੀ ਗਲਤੀ ਹੋ ਜਾਏ ਤਾਂ ਵੀ ਉਹਨੂੰ ਡਾਂਟਦੀ ਨਹੀਂ ਸੀ, ਹਮੇਸ਼ਾ ਉਹਨਾਂ ਦਾ ਪੱਖ ਹੀ ਲੈਂਦੀ ਸੀ। ਤੇ ਉਹ ਉਹਨਾਂ ਤੋਂ 7 ਸਾਲ ਵੱਡੀ ਵੀ ਸੀ। ਛੋਟੇ ਹੁੰਦਿਆਂ ਸੁਖਦੇਵ ਨੂੰ ਇਕੱਲਿਆਂ ਘੁੰਮਣ ਦਾ ਸ਼ੌਕ ਸੀ। ਉਹ ਬੱਚਿਆਂ ਦੇ ਝੁਰਮਟ ਤੋਂ ਥੋੜਾ ਅਲੱਗ ਹੀ ਰਹਿੰਦਾ ਸੀ ਤੇ ਛੋਟੇ ਹੁੰਦਿਆਂ ਸੁਖਦੇਵ ਨੂੰ ਇਕੱਲਿਆਂ ਘੁੰਮਣ ਦੀ ਹੀ ਆਦਤ ਸੀ। ਉਹ ਬੱਚਿਆਂ ਦੇ ਝੁਰਮਟ ਦਾ ਮਤਲਬ ਹੁੰਦਾ ਹੈ ਇਕੱਠ। ਉਹ ਬੱਚਿਆਂ ਦੇ ਇਕੱਠ ਤੋਂ ਦੂਰ ਹੀ ਰਹਿੰਦਾ ਸੀ, ਆਪਣੇ ਵਿੱਚ ਹੀ ਰੁੱਝਿਆ ਰਹਿੰਦਾ ਸੀ। ਸੁਖਦੇਵ ਦੇ ਬਚਪਨ ਦੇ ਦਿਨਾਂ ਵਿੱਚ ਇਹਨਾਂ ਦੇ ਘਰ ਰਹੀਮਣ ਨਾਂ ਦੀ ਇੱਕ ਔਰਤ ਕੰਮ ਕਰਿਆ ਕਰਦੀ ਸੀ। ਰਹੀਮਣ ਮਾਤਾ ਰਲੀ ਦੇਈ ਦਾ ਰਸੋਈ ਦੇ ਕੰਮਕਾਜ ਵਿੱਚ ਹੱਥ ਵਟਾਉਂਦੀ ਅਤੇ ਨਾਲ ਬੱਚਿਆਂ ਦੀ ਦੇਖਭਾਲ ਵੀ ਕਰਦੀ। ਤਾਂ ਜਦ ਸੁਖਦੇਵ ਛੋਟੇ ਸਨ, ਉਹਨਾਂ ਦੇ ਘਰ ਵਿੱਚ ਇੱਕ ਔਰਤ ਕੰਮ ਕਰਦੀ ਸੀ ਜਿਨ੍ਹਾਂ ਦਾ ਨਾਂ ਸੀ ਰਹੀਮਣ, ਤੇ ਉਹ ਸੁਖਦੇਵ ਦੇ ਮਾਤਾ ਜੀ ਦੀ ਮਦਦ ਕਰਦੀ ਸੀ ਰਸੋਈ ਵਿੱਚ ਤੇ ਬੱਚਿਆਂ ਦਾ ਵੀ ਧਿਆਨ ਰੱਖਦੀ ਸੀ। ਜਦੋਂ ਸੁਖਦੇਵ ਸਕੂਲ ਜਾਣ ਲੱਗ ਪਿਆ ਤਾਂ ਰਹੀਮਣ ਵੀ ਕਦੇ-ਕਦੇ ਸੁਖਦੇਵ ਨੂੰ ਤਿਆਰ ਕਰਕੇ ਸਕੂਲ ਭੇਜਦੀ। ਉਸ ਦੇ ਬਸਤੇ ਵਿੱਚ ਰੋਟੀ ਬਣ ਕੇ ਪਾਉਂਦੀ। ਰਹੀਮਣ ਸੁਖਦੇਵ ਨੂੰ ਬਹੁਤ ਪਿਆਰ ਕਰਦੀ। ਸੁਖਦੇਵ ਵੀ ਉਸ ਨੂੰ ਰਹੀਮਣ ਚਾਚੀ ਕਹਿ ਕੇ ਆਵਾਜ਼ ਮਾਰਦਾ। ਤੇ ਜਦ ਸੁਖਦੇਵ ਸਕੂਲ ਜਾਣਾ ਸ਼ੁਰੂ ਕਰ ਗਏ ਸਨ, ਉਦੋਂ ਰਹੀਮਣ ਹੀ ਉਹਨਾਂ ਦਾ ਕਈ ਵਾਰ ਬੈਗ ਪੈਕ ਕਰਦੀ, ਖਾਣਾ ਦਿੰਦੀ ਉਹਨਾਂ ਨੂੰ। ਤੇ ਸੁਖਦੇਵ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ, ਇੱਜ਼ਤ ਦਿੰਦੇ ਸਨ ਤੇ ਪਿਆਰ ਨਾਲ ਉਹਨਾਂ ਨੂੰ ਰਹੀਮਣ ਚਾਚੀ ਕਹਿ ਕੇ ਬੁਲਾਉਂਦੇ ਸਨ। ਘਰ ਵਿੱਚ ਸੁਖਦੇਵ ਨੂੰ ਬਹੁਤ ਸਾਰਾ ਪਿਆਰ ਮਿਲਣ ਕਰਕੇ ਉਹ ਸ਼ੁਰੂ ਤੋਂ ਥੋੜਾ ਵੱਖਰੀ ਤਰ੍ਹਾਂ ਦਾ ਜਿੱਦੀ ਬਾਲਕ ਸੀ। ਕਈ ਵਾਰ ਸੁਖਦੇਵ ਰੋ ਧੋ ਕੇ ਵੀ ਆਪਣੀ ਜਿੱਦ ਪੂਰੀ ਕਰ ਲੈਂਦਾ ਸੀ। ਜੇ ਕਦੇ ਕਿਸੇ ਗੱਲ ਤੇ ਰੋਣ ਲੱਗ ਪੈਂਦਾ ਤਾਂ ਲਗਾਤਾਰ ਰੋਂਦਾ ਹੀ ਰਹਿੰਦਾ। ਬਚਪਨ ਦੇ ਇਹਨਾਂ ਸਾਲਾਂ ਵਿੱਚ ਤਾਂ ਉਸਦਾ ਸੁਭਾਅ ਚਿੜਚਿੜਾ ਵੀ ਬਣ ਗਿਆ ਸੀ, ਕਿਉਂਕਿ ਉਹ ਬਹੁਤ ਪਿਆਰ ਮਿਲਦਾ ਸੀ ਉਹਨਾਂ ਨੂੰ ਘਰ ਦੇ ਵਿੱਚ
ਤਾਂ ਉਹ ਹਰ ਨਿੱਕੀ ਜੀ ਗੱਲ ਜੇ ਉਹਨਾਂ ਦੀ ਪੂਰੀ ਨਾ ਹੁੰਦੀ ਤਾਂ ਉਹ ਰੋਣ ਲੱਗ ਪੈਂਦੇ। ਰੋ ਧੋ ਕੇ ਤਾਂ ਆਪਣੀ ਗੱਲ ਮਨਵਾ ਹੀ ਲੈਂਦੇ ਸੀ, ਤੇ ਜੇਕਰ ਉਹਨਾਂ ਦੀ ਕੋਈ ਗੱਲ ਪੂਰੀ ਨਾ ਹੁੰਦੀ ਤੇ ਉਹ ਰੋਣਾ ਸ਼ੁਰੂ ਕਰ ਦਿੰਦੇ, ਫਿਰ ਲਗਾਤਾਰ ਰੋਂਦੇ ਹੀ ਰਹਿੰਦੇ। ਤੇ ਇਹਨਾਂ ਆਦਤਾਂ ਕਰਕੇ ਉਹਨਾਂ ਦਾ ਸੁਭਾਅ ਚਿੜਚਿੜਾ ਵੀ ਹੋ ਗਿਆ ਸੀ। ਛੋਟੇ ਹੁੰਦਿਆਂ ਸੁਖਦੇਵ ਇੱਕ ਵਾਰ ਲਾਇਲਪੁਰ ਚ ਆਪਣੇ ਘਰ ਦੇ ਨੇੜੇ ਬੱਚਿਆਂ ਨਾਲ ਖੇਡ ਰਿਹਾ ਸੀ। ਖੇਡਦਿਆਂ ਹੋਇਆਂ ਇੱਕ ਬੱਚਾ ਨੇੜੇ ਦੇ ਇੱਕ ਖੂਹ ਵਿੱਚ ਡਿੱਗ ਪਿਆ। ਸਾਰੇ ਬੱਚੇ ਖੂਹ ਦੀ ਮੜ ਦੇ ਨੇੜੇ ਖੜ ਕੇ ਉੱਚੀ ਉੱਚੀ ਰੌਲਾ ਪਾਉਣ ਲੱਗੇ, ਪਰ ਸੁਖਦੇਵ ਕਾਹਲੀ ਨਾਲ ਭੱਜਾ ਭੱਜਾ ਆਪਣੇ ਘਰ ਗਿਆ ਅਤੇ ਨੌਕਰ ਸ਼ਿਵ ਰਾਮ ਨੂੰ ਰੱਸੇ ਸਮੇਤ ਖੂਹ ਤੇ ਲੈ ਆਇਆ। ਜੇਕਰ ਉਸ ਦਿਨ ਸੁਖਦੇਵ ਹੁਸ਼ਿਆਰੀ ਨਾ ਵਰਤਦਾ ਤਾਂ ਸ਼ਾਇਦ ਉਸ ਬੱਚੇ ਨੂੰ ਬਚਾਇਆ ਨਾ ਜਾ ਸਕਦਾ। ਤੇ ਇੱਥੇ ਦੱਸਿਆ ਗਿਆ ਵੀ ਜਦੋਂ ਛੋਟੇ ਸਨ, ਇੱਕ ਵਾਰ ਉਹ ਆਪਣੇ ਘਰ ਦੇ ਨੇੜੇ ਬੱਚਿਆਂ ਨਾਲ ਖੇਡ ਰਹੇ ਸਨ, ਤਾਂ ਖੇਡਦੇ ਖੇਡਦੇ ਇੱਕ ਬੱਚਾ ਖੂਹ ਵਿੱਚ ਡਿੱਗ ਪਿਆ। ਸਾਰੇ ਬੱਚੇ ਉੱਥੇ ਰੌਲਾ ਪਾਉਣ ਲੱਗ ਪਏ, ਪਰ ਸੁਖਦੇਵ ਨੇ ਬਹੁਤ ਹੁਸ਼ਿਆਰੀ ਦਿਖਾਈ। ਬਿਨਾਂ ਸਮਾਂ ਬਰਬਾਦ ਕੀਤੇ ਉਹ ਆਪਣੇ ਘਰ ਵੱਲ ਦੌੜੇ। ਉੱਥੋਂ ਆਪਣੇ ਘਰ ਵਿੱਚ ਕੰਮ ਕਰ ਰਹੇ ਨੌਕਰ ਸ਼ਿਵਰਾਮ ਦੇ ਨਾਲ ਰੱਸਾ ਲੈ ਕੇ ਖੂਹ ਵੱਲ ਭੱਜੇ, ਤੇ ਜੇ ਉਹ ਉਸ ਦਿਨ ਫੁਰਤੀ ਨਾ ਦਿਖਾਉਂਦੇ ਤਾਂ ਬੱਚੇ ਨੇ ਆਪਣੀ ਜਾਨ ਗਵਾ ਦੇਣੀ ਸੀ। ਸੁਖਦੇਵ ਲਾਇਲਪੁਰ ਦੇ ਸਨਾਤਨ ਧਰਮ ਸਕੂਲ ਚ ਪੜ੍ਹਦਾ ਸੀ ਜਦੋਂ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਦਾ ਸਾਕਾ ਵਾਪਰਿਆ ਤਾਂ ਸਾਰੇ ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਗਈ। ਅੰਗਰੇਜ਼ ਸਰਕਾਰ ਨੂੰ ਪਤਾ ਸੀ ਕਿ ਸਾਰੇ ਪੰਜਾਬ ਵਿੱਚ ਥਾਂ-ਥਾਂ ਰੋਸ ਵਿਖਾਵੇ ਹੋਣਗੇ। ਇਸ ਕਰਕੇ ਅੰਗਰੇਜ਼ਾਂ ਨੇ ਜਲਿਆਂਵਾਲਾ ਬਾਗ ਦੇ ਸਾਕੇ ਤੋਂ ਤੀਜੇ ਦਿਨ ਸਾਰੇ ਪੰਜਾਬ ਵਿੱਚ ਫੌਜ ਅਤੇ ਪੁਲਿਸ ਤਾਇਨਾਤ ਕਰ ਦਿੱਤੀ। ਸਰਕਾਰੀ ਦਫ਼ਤਰਾਂ, ਵਿਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ ਵਿੱਚ ਅੰਗਰੇਜ਼ ਸਿਪਾਹੀ ਤੈਨਾਤ ਕਰ ਦਿੱਤੇ ਗਏ। ਬੱਚੋ, ਪਹਿਲੀ ਗੱਲ ਮਣ ਹੁੰਦਾ ਹੈ, ਜਿਹੜਾ ਆਪਾਂ ਕਹਿੰਦੇ ਆ ਬੰਨੀ ਜਾਂ ਖੂਹ ਦਾ ਉੱਪਰਲਾ ਗੋਲਾਈਦਾਰ ਪੱਕਾ ਹਿੱਸਾ। ਅੱਗੇ ਕੀ ਹੁੰਦਾ ਹੈ ਵੀ ਸੁਖਦੇਵ ਉਹ ਸਨਾਤਨ ਧਰਮ ਸਕੂਲ ਵਿੱਚ ਪੜ੍ਹਦੇ ਸਨ ਤੇ 13 ਅਪ੍ਰੈਲ 1919 ਨੂੰ ਤੁਹਾਨੂੰ ਪਤਾ ਹੋਏਗਾ ਜਲਿਆਂਵਾਲਾ ਬਾਗ ਦੇ ਵਿੱਚ ਇੱਕ ਸਾਕਾ ਵਾਪਰਿਆ ਸੀ, ਇੱਕ ਘਟਨਾ ਵਾਪਰੀ ਸੀ ਜਿਸ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸਨ, ਸ਼ਹੀਦ ਹੋ ਗਏ ਸਨ। ਤਾਂ ਇਹ ਦੇਖਦੇ ਹੋਏ ਜਿਹੜੇ ਅੰਗਰੇਜ਼ੀ ਸਰਕਾਰ ਸੀ ਉਹਨਾਂ ਨੂੰ ਪਤਾ ਸੀ ਵੀ ਹੁਣ ਸਾਰੇ ਪੰਜਾਬ ਵਿੱਚ ਥਾਂ-ਥਾਂ ਤੇ ਰੋਸ ਵਿਖਾਵੇ ਹੋਣਗੇ, ਜਿਹਦਾ ਮਤਲਬ ਹੈ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਗੁੱਸਾ ਪ੍ਰਗਟ ਹੋਏਗਾ ਹੀ ਹੋਏਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਸੇ ਕਰਕੇ ਉਸ ਗੁੱਸੇ ਨੂੰ ਕੰਟਰੋਲ ਵਿੱਚ ਰੱਖਣਾ ਜਾਂ ਫਿਰ ਲੋਕਾਂ ਦੇ ਆਕਰੋਸ਼ ਨੂੰ ਦਬਾਉਣ ਦੇ ਲਈ ਉਹਨਾਂ ਨੇ ਥਾਂ-ਥਾਂ ਤੇ ਪੁਲਿਸ ਕਰਮੀ ਨੂੰ ਤੈਨਾਤ ਕਰ ਦਿੱਤਾ, ਫੌਜ ਨੂੰ ਵੀ ਤੈਨਾਤ ਕਰਤਾ। ਬੇਸ਼ੱਕ ਸਰਕਾਰੀ ਦਫ਼ਤਰ ਹੋਏ ਜਾਂ ਕਿਤੇ ਵੀ ਹੋਣ, ਸਿਪਾਹੀ ਦਿਖਾਈ ਦਿੰਦੇ ਸੀ ਤਾਂ ਜੋ ਲੋਕ ਰੌਲਾ ਪਾਉਣ ਤੇ ਉਹਨਾਂ ਨੂੰ ਦਬਾਇਆ ਜਾ ਸਕੇ ਉੱਥੇ ਹੀ। ਅੱਗੇ ਚੱਲਦੇ ਹਾਂ। ਸਨਾਤਨ ਧਰਮ ਸਕੂਲ ਲਾਇਲਪੁਰ ਦੇ ਮੁੱਖ ਅਧਿਆਪਕ ਨੇ ਸਰਕਾਰ ਵੱਲੋਂ ਆਏ ਹੁਕਮ ਅਨੁਸਾਰ ਵਿਦਿਆਰਥੀਆਂ ਨੂੰ ਹਿਦਾਇਤ ਦਿੱਤੀ ਕਿ ਉਹ ਹਰ ਰੋਜ਼ ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਤੋਂ ਪਿੱਛੋਂ ਸਾਰੇ ਬੱਚੇ ਇੱਕ ਅੰਗਰੇਜ਼ ਅਫਸਰ ਨੂੰ ਸਲਾਮੀ ਦੇਣਗੇ। ਇੱਕ ਦਿਨ ਸਾਰੇ ਬੱਚੇ ਸਵੇਰ ਦੀ ਸਭਾ ਤੋਂ ਬਾਅਦ ਵਾਰੀ-ਵਾਰੀ ਅੰਗਰੇਜ਼ ਅਫਸਰ ਨੂੰ ਸਲਾਮੀ ਦੇ ਰਹੇ ਸਨ। ਜਦੋਂ ਸਲਾਮੀ ਦੇਣ ਦੀ ਸੁਖਦੇਵ ਦੀ ਵਾਰੀ ਆਈ ਤਾਂ ਉਸਨੇ ਸਲਾਮੀ ਦੇਣ ਤੋਂ ਇਨਕਾਰ ਕਰ ਦਿੱਤਾ। ਮੁੱਖ ਅਧਿਆਪਕ ਨੇ ਵੀ ਸੁਖਦੇਵ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਅੰਗਰੇਜ਼ ਅਫਸਰ ਅੱਗ ਬਗੋਲਾ ਹੋ ਗਿਆ। ਸਲਾਮੀ ਨਾ ਦੇਣ ਕਰਕੇ ਸੁਖਦੇਵ ਨੂੰ ਸਕੂਲ ਦੇ ਮੁੱਖ ਅਧਿਆਪਕ ਤੋਂ ਮਾਰ ਵੀ ਖਾਣੀ ਪਈ। ਜਦੋਂ ਸੁਖਦੇਵ ਸਲਾਮੀ ਦੇਣ ਲਈ ਨਾ ਮੰਨਿਆ ਤਾਂ ਅੰਗਰੇਜ਼ ਅਫਸਰ ਚਿੱਕਾ ਜਿਹਾ ਹੋ ਕੇ ਮੁੱਖ ਅਧਿਆਪਕ ਅਤੇ ਬਾਕੀ ਅਧਿਆਪਕਾਂ ਨੂੰ ਘੂਰਨ ਲੱਗ ਪਿਆ। ਫਿਰ
जिन्ने दिन स्कूल विच सलामी देन दा सिलसिला चलता रहा उन्ने दिन सुखदेव स्कूल नहीं गया। चिक्का दा मतलब हुंदा है शर्मिंदा जिहा हो के। जिन्ने भी अंग्रेज शासक दे अफसर सीगे उन्हां नूं सरकारी थावां ते बिठा दिता गया भी हुण सारे भारती तुहानूं सलामी ठोकणगे। इदां ही होया सुखदेव दे स्कूल दे विच मुख अध्यापक नूं ਇਹ ਦਲੀਲ ਦਿੱਤੀ ਗਈ ਸੀ ਵੀ ਤੁਸੀਂ ਸਾਰਿਆਂ ਬੱਚਿਆਂ ਤੋਂ ਸਵੇਰ ਦੀ ਪ੍ਰਾਰਥਨਾ ਸਵੇਰ ਦੀ ਸਭਾ ਤੋਂ ਬਾਅਦ ਇਸ ਅੰਗਰੇਜ਼ ਅਫਸਰ ਨੂੰ ਸਲਾਮੀ ਦੇਣ ਦੀ ਹਿਦਾਇਤ ਦੇਣੀ ਹੈ ਤੇ ਬੱਚਿਆਂ ਨੇ ਸਲਾਮੀ ਦੇਣੀ ਸ਼ੁਰੂ ਕਰਤੀ। ਹੁਣ ਸਾਰੇ ਬੱਚੇ ਸਲਾਮੀ ਦੇ ਰਹੇ ਸਨ ਪਰ ਜਦ ਸੁਖਦੇਵ ਦੀ ਵਾਰੀ ਆਈ ਉਹਨਾਂ ਨੇ ਸਲਾਮੀ ਦੇਣ ਤੋਂ ਮਨਾ ਕਰਤਾ ਤੇ ਮੁੱਖ ਅਧਿਆਪਕ ਨੇ ਬਹੁਤ ਮਿੰਨਤਾਂ ਕੀਤੀਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸੁਖਦੇਵ ਨਹੀਂ ਮੰਨੇ ਵੀ ਮੈਂ ਸਲਾਮੀ ਨਹੀਂ ਠੋਕਾਂਗਾ। ਤੇ ਇੰਨੀ ਦੇਰ ਨੂੰ ਜਿਹੜਾ ਅੰਗਰੇਜ਼ ਦਾ ਅਫਸਰ ਸੀ ਅੰਗਰੇਜ਼ੀ ਅਫਸਰ ਸੀ ਉਹ ਅੱਗ ਬਬੂਲਾ ਹੋ ਗਿਆ ਸ਼ਰਮਿੰਦਾ ਜਿਹਾ ਹੋ ਗਿਆ ਅਧਿਆਪਕਾਂ ਵੱਲ ਦੇਖਣ ਲੱਗ ਗਿਆ ਮੁੱਖ ਅਧਿਆਪਕ ਵੱਲ ਦੇਖਣ ਲੱਗ ਪਿਆ ਤੇ ਮੁੱਖ ਅਧਿਆਪਕ ਨੇ ਮਾਰਿਆ ਵੀ ਸੁਖਦੇਵ ਨੂੰ ਇਸ ਗੱਲ ਵਜੋਂ ਪਰ ਫਿਰ ਵੀ ਸੁਖਦੇਵ ਨਹੀਂ ਮੰਨੇ ਤੇ ਅੱਗੇ ਜਿੰਨੇ ਦਿਨ ਵੀ ਸਲਾਮੀ ਦੇਣ ਦਾ ਸਿਲਸਿਲਾ ਚੱਲਦਾ ਰਿਹਾ ਉਨੇ ਦੇਰ ਸੁਖਦੇਵ ਸਕੂਲ ਨਹੀਂ ਗਏ। ਭਾਵੇਂ ਇਸ ਘਟਨਾ ਸਮੇਂ ਸੁਖਦੇਵ ਦੀ ਉਮਰ 12 ਸਾਲ ਸੀ ਪਰ ਉਸ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਹੋ ਚੁੱਕੀ ਸੀ। ਇਸ ਤਰ੍ਹਾਂ ਦੀਆਂ ਸਲਾਮੀਆਂ ਲੈਣ ਤੋਂ ਅੰਗਰੇਜ਼ਾਂ ਦਾ ਇਹ ਭਾਵ ਸੀ ਕਿ ਹਿੰਦੁਸਤਾਨੀਆਂ ਨੂੰ ਦਬਾ ਕੇ ਰੱਖਿਆ ਜਾਵੇ ਅਤੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਵੇ। ਤੇ ਹੁਣ ਜਦ ਸੁਖਦੇਵ ਨੇ ਅੰਗਰੇਜ਼ਾਂ ਨੂੰ ਸਲਾਮੀ ਦੇਣ ਤੋਂ ਮਨਾ ਕਰਤਾ ਉਦੋਂ ਉਹਨਾਂ ਦੀ ਉਮਰ ਸਿਰਫ 12 ਸਾਲ ਦੀ ਸੀ ਪਰ ਉਹਨਾਂ ਦੇ ਮਨ ਵਿੱਚ ਅੰਗਰੇਜ਼ਾਂ ਦੇ ਖਿਲਾਫ ਨਫ਼ਰਤ ਪੈਦਾ ਹੋ ਚੁੱਕੀ ਸੀ ਤੇ ਇਹ ਜਿਹੜੀਆਂ ਸਲਾਮੀਆਂ ਦੇਣ ਦੀ ਕੋਸ਼ਿਸ਼ ਕਰਵਾਈ ਜਾ ਰਹੀ ਸੀ ਉਹ ਅਸਲ ਵਿੱਚ ਮਕਸਦ ਇਹ ਸੀ ਵੀ ਹਿੰਦੁਸਤਾਨੀਆਂ ਨੂੰ ਇੰਜ ਲੱਗੇ ਵੀ ਅਸੀਂ ਦੱਬੇ ਹੋਏ ਹੈਗੇ ਆ ਅਸੀਂ ਗੁਲਾਮ ਹੈਗੇ ਆ ਅੰਗਰੇਜ਼ਾਂ ਦੇ। ਗਲਤੀ ਨਾਲ ਵੀ ਕਿਤੇ ਉਹ ਆਪਣੀ ਆਵਾਜ਼ ਨਾ ਚੁੱਕ ਲੈਣ ਅੰਗਰੇਜ਼ਾਂ ਖਿਲਾਫ। ਬਾਲ ਸੁਖਦੇਵ ਦੀ ਅੰਗਰੇਜ਼ ਹਕੂਮਤ ਨਾਲ ਇਹ ਪਹਿਲੀ ਟੱਕਰ ਸੀ। ਭਾਵੇਂ ਦੇਖਣ ਨੂੰ ਇਹ ਨਿੱਕੀ ਜਿਹੀ ਘਟਨਾ ਲੱਗਦੀ ਸੀ ਪਰ ਅਸਲ 'ਚ ਇਹ ਨਿੱਕੀ ਜਿਹੀ ਘਟਨਾ ਨਹੀਂ ਸੀ ਸਗੋਂ ਵੱਡੀ ਜੁਰਤ ਵਾਲੀ ਘਟਨਾ ਸੀ। ਇਸ ਘਟਨਾ ਨੇ ਸੁਖਦੇਵ ਨੂੰ ਆਪਣੇ ਇਰਾਦੇ ਵਿੱਚ ਹੋਰ ਪੱਕਾ ਕਰ ਦਿੱਤਾ। ਹੁਣ ਜਿਹੜੇ ਬਾਲ ਸੁਖਦੇਵ ਸਨ ਬਾਲ ਦਾ ਮਤਲਬ ਬੱਚੇ ਸਨ ਉਹ ਅੰਗਰੇਜ਼ ਹਕੂਮਤ ਦੇ ਖਿਲਾਫ ਹੋ ਚੁੱਕੇ ਸਨ। ਇਹ ਉਹਨਾਂ ਦੀ ਪਹਿਲੀ ਟੱਕਰ ਸੀ ਅੰਗਰੇਜ਼ਾਂ ਖਿਲਾਫ। ਭਾਵੇਂ ਉਹ ਨਿੱਕੀ ਜਿਹੀ ਘਟਨਾ ਸੀ ਪਰ ਇਹ ਸ਼ੁਰੂਆਤ ਹੋ ਚੁੱਕੀ ਸੀ ਇੱਕ ਵੱਡੀ ਜੁਰਤ ਸੀ ਹੈ ਕਿ ਨਹੀਂ ਇੱਕ ਵੱਡਾ ਹੌਸਲਾ ਦਿਖਾਇਆ ਸੀ ਉਹਨਾਂ ਨੇ ਤੇ ਇਸ ਤੋਂ ਬਾਅਦ ਸੁਖਦੇਵ ਦੇ ਇਰਾਦੇ ਹੋਰ ਪੱਕੇ ਹੋ ਗਏ ਵੀ ਹੁਣ ਅੰਗਰੇਜ਼ਾਂ ਨੂੰ ਇੱਥੇ ਟਿਕਣ ਨਹੀਂ ਦੇਣਾ। ਸੁਖਦੇਵ ਦੇ ਤਾਇਆ ਜੀ ਲਾਲਾ ਚਿੰਤਰਾਮ ਅਤੇ ਭਗਤ ਸਿੰਘ ਦੇ ਪਿਤਾ ਸਰਕਾਰ ਕ੍ਰਿਸ਼ਨ ਸਿੰਘ ਦਾ ਇੱਕ ਦੂਜੇ ਦੇ ਘਰ ਆਉਣ ਜਾਣ ਸੀ। ਸੁਖਦੇਵ ਦਾ ਪਰਿਵਾਰ ਲਾਇਲਪੁਰ ਵਿੱਚ ਰਹਿ ਰਿਹਾ ਸੀ ਅਤੇ ਭਗਤ ਸਿੰਘ ਦਾ ਪਰਿਵਾਰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ 'ਚ ਚੱਕ ਨੰਬਰ 105 GB ਵਿੱਚ ਰਹਿ ਰਿਹਾ ਸੀ। ਇੱਕ ਦੋ ਵਾਰ ਜਦੋਂ ਕਿਸ਼ਨ ਸਿੰਘ ਲਾਲਾ ਚਿੰਤਰਾਮ ਦੇ ਘਰ ਲਾਇਲਪੁਰ ਵਿਖੇ ਆਏ ਤਾਂ ਉਹਨਾਂ ਦਾ ਪੁੱਤਰ ਬਾਲ ਭਗਤ ਸਿੰਘ ਵੀ ਉਹਨਾਂ ਦੇ ਨਾਲ ਹੁੰਦਾ ਸੀ। ਕਿਸ਼ਨ ਸਿੰਘ ਤੇ ਚਿੰਤਰਾਮ ਆਪਣੀਆਂ ਗੱਲਾਂ ਵਿੱਚ ਰੁੱਝ ਜਾਂਦੇ। ਸੁਖਦੇਵ ਅਤੇ ਭਗਤ ਸਿੰਘ ਹਾਣੀ ਹੋਣ ਕਰਕੇ ਆਪਸ ਵਿੱਚ ਖੇਡਣ ਲੱਗ ਜਾਂਦੇ। ਉਹ ਮਿੱਟੀ ਦੇ ਘਰ ਬਣਾਉਣ ਦੀ ਖੇਡ ਖੇਡਦੇ। ਉਹ ਮਿੱਟੀ ਦੇ ਘਰ ਬਣਾਉਂਦੇ ਅਤੇ ਖੇਡਣ ਪਿੱਛੋਂ ਆਪ ਹੀ ਢਾਹ ਦਿੰਦੇ। ਮਿੱਟੀ ਤੇ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਪੈੜਾਂ ਚਮਕਦੀਆਂ ਰਹਿੰਦੀਆਂ। ਇਸ ਤਰ੍ਹਾਂ ਸੁਖਦੇਵ ਅਤੇ ਭਗਤ ਸਿੰਘ ਦੀ ਬਚਪਨ ਵਿੱਚ ਹੀ ਆੜੀ ਪੈ ਚੁੱਕੀ ਸੀ। ਕੀ ਪਤਾ ਸੀ ਕਿ ਇਹਨਾਂ ਦੀ ਬਚਪਨ ਵਿੱਚ ਪਈ ਆੜੀ ਸਿਰਫ ਵਿਦਿਆਰਥੀ ਜੀਵਨ ਤੱਕ ਹੀ ਸੀਮਿਤ ਨਹੀਂ ਰਹੇਗੀ ਸਗੋਂ ਫਾਂਸੀ ਤੱਕ ਨਿਭੇਗੀ। ਤੇ ਇੱਥੇ ਦੱਸਿਆ ਗਿਆ ਵੀ ਸੁਖਦੇਵ ਦੇ ਤਾਇਆ ਜੀ ਅਤੇ ਭਗਤ ਸਿੰਘ ਜੀ ਦੇ ਪਰਿਵਾਰਾਂ ਦੇ ਵਿੱਚ
ਬਹੁਤ ਡੂੰਗੀ ਸਾਂਝ ਵੀ ਸੀਗੀ, ਇੱਕ ਦੂਜੇ ਦੇ ਘਰ ਆਂਦੇ ਜਾਂਦੇ ਸੀਗੇ, ਪਰਿਵਾਰਾਂ ਦੇ ਵਿੱਚ ਮੇਲ ਜੋਲ ਵੀ ਸੀਗਾ। ਤੇ ਜਦ ਵੱਡੇ ਗੱਲਬਾਤ ਕਰ ਰਹੇ ਹੁੰਦੇ ਸਨ, ਉਦੋਂ ਸੁਖਦੇਵ ਅਤੇ ਭਗਤ ਸਿੰਘ ਮਿੱਟੀ ਦੇ ਘਰ ਬਣਾਉਂਦੇ ਤੇ ਆਪ ਹੀ ਢਾ ਦਿੰਦੇ ਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦੇ ਉਹ। ਇਸ ਤਰ੍ਹਾਂ ਬਚਪਨ ਵਿੱਚ ਹੀ ਉਹਨਾਂ ਦੀ ਆੜੀ ਦੋਸਤੀ ਪੈ ਚੁੱਕੀ ਸੀ। ਤੇ ਕੀ ਪਤਾ ਸੀ ਵੀ ਇਹ ਆੜੀ ਸਿਰਫ ਬੱਚਿਆਂ ਦੀ ਪੜ੍ਹਾਈ ਤੱਕ ਜਾਂ ਖੇਡ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਇਹ ਦੇਸ਼ ਦੀ ਆਜ਼ਾਦੀ ਵਿੱਚ ਵੀ ਹਿੱਸਾ ਲੈਣਗੇ ਇਕੱਠੇ ਹੀ, ਤੇ ਫਾਂਸੀ ਤੱਕ ਨਿਭੇਗੀ ਇਹਨਾਂ ਦੀ ਦੋਸਤੀ। ਅੱਗੇ ਹੈਗਾ ਪਾਠ ਅਭਿਆਸ, ਯਾਦ ਰੱਖਣ ਯੋਗ ਗੱਲਾਂ। ਪਹਿਲਾ, ਸ਼ਹੀਦ ਸੁਖਦੇਵ ਦਾ ਜਨਮ ਲੁਧਿਆਣਾ ਵਿੱਚ ਹੋਇਆ। ਜਲਿਆਂਵਾਲੇ ਬਾਗ ਦਾ ਸਾਕਾ 13 ਅਪ੍ਰੈਲ 1919 ਨੂੰ ਵਾਪਰਿਆ। 23 ਮਾਰਚ 1931 ਨੂੰ ਸੁਖਦੇਵ ਨੂੰ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਫਾਂਸੀ ਦਿੱਤੀ ਗਈ। ਦੂਜਾ, ਪੜੋ ਅਤੇ ਸਮਝੋ। ਊੜਾ, ਆਜ਼ਾਦੀ। ਇਹਦਾ ਮਤਲਬ ਹੈ ਸੁਤੰਤਰਤਾ, ਆਪਣੀ ਮਰਜ਼ੀ ਨਾਲ ਚੱਲਣ ਦਾ ਭਾਵ। ਐੜਾ, ਝੁਰਮਟ, ਇਕੱਠ। ਈੜੀ, ਚਿੜਚਿੜਾ, ਜਿਹਦਾ ਮਤਲਬ ਹੈ ਖਿਜਣ ਵਾਲਾ, ਖਿਜੂ ਸੁਭਾਵ। ਸੱਸਾ, ਹੁਸ਼ਿਆਰੀ, ਚੁਸਤੀ, ਚਲਾਕੀ। ਹਾਹਾ, ਤਾਇਨਾਤ, ਨਿਯੁਕਤ ਕਰਨਾ। ਕੱਕਾ, ਚਿੱਖਾ, ਸ਼ਰਮਿੰਦਾ। ਖੱਖਾ, ਪੈੜਾ, ਪੈਰਾਂ ਦੇ ਨਿਸ਼ਾਨ। ਤੀਜਾ, ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਆ ਦਿੱਤੇ ਹੋਏ ਨੇ ਸ਼ਬਦ। ਅੱਗ ਬਗੋਲਾ, ਪਹਿਲੀ। ਲਾਇਲਪੁਰ, ਰਲੀ ਦੇਈ, ਸਨਾਤਨ ਧਰਮ। ਇਹਨਾਂ ਸ਼ਬਦਾਂ ਦੀ ਵਰਤੋਂ ਕਰਕੇ ਆਪਾਂ ਇਹ ਵਾਕ ਭਰਦੇ ਨੇ। ਊੜਾ, ਸੁਖਦੇਵ ਦੇ ਮਾਤਾ ਜੀ ਦਾ ਨਾਂ ਡੈਸ਼ ਸੀ, ਉਹਨਾਂ ਦੇ ਮਾਤਾ ਜੀ ਦਾ ਨਾਂ ਰਲੀ ਦੇਈ ਸੀ। ਐੜਾ, ਸੁਖਦੇਵ ਲਾਇਲਪੁਰ ਦੇ ਡੈਸ਼ ਸਕੂਲ ਚ ਪੜ੍ਹਦਾ ਸੀ, ਸਨਾਤਨ ਧਰਮ। ਈੜੀ, ਅੰਗਰੇਜ਼ ਅਫਸਰ ਡੈਸ਼ ਹੋ ਗਿਆ, ਅੰਗਰੇਜ਼ ਅਫਸਰ। ਅੱਗ ਬਗੌਲਾ ਹੋ ਗਿਆ। ਸੱਸਾ, ਅੰਗਰੇਜ਼ ਹਕੂਮਤ ਨਾਲ ਸੁਖਦੇਵ ਦੀ ਇਹ ਡੈਸ਼ ਟੱਕਰ ਸੀ, ਪਹਿਲੀ ਟੱਕਰ ਸੀ। ਸੁਖਦੇਵ ਦਾ ਪਰਿਵਾਰ ਡੈਸ਼ ਵਿਖੇ ਰਹਿੰਦਾ ਸੀ, ਲਾਇਲਪੁਰ। ਚੌਥਾ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਊੜਾ, ਸੁਖਦੇਵ ਦਾ ਜਨਮ ਕਦੋਂ ਹੋਇਆ? ਸ਼ਹੀਦ ਸੁਖਦੇਵ ਦਾ ਜਨਮ 15 ਮਈ 1907 ਨੂੰ ਲੁਧਿਆਣਾ ਵਿਖੇ ਹੋਇਆ। ਐੜਾ, ਸੁਖਦੇਵ ਦੀ ਚਚੇਰੀ ਭੈਣ ਦਾ ਕੀ ਨਾਂ ਸੀ ਅਤੇ ਉਹ ਸੁਖਦੇਵ ਨਾਲ ਕਿਸ ਤਰ੍ਹਾਂ ਦਾ ਵਰਤਾਵ ਕਰਦੀ ਸੀ? ਸੁਖਦੇਵ ਦੀ ਚਚੇਰੀ ਭੈਣ ਦਾ ਨਾਂ ਗੌਰਾ ਸੀ। ਉਹ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਹਮੇਸ਼ਾ ਸੁਖਦੇਵ ਦਾ ਪੱਖ ਵੀ ਪੂਰਦੀ ਸੀ।
ਈੜੀ। ਜਦੋਂ ਬੱਚਾ ਖੂਹ ਵਿੱਚ ਡਿੱਗ ਪਿਆ ਤਾਂ ਸੁਖਦੇਵ ਨੇ ਉਸ ਨੂੰ ਬਚਾਉਣ ਲਈ ਕੀ ਕੀਤਾ? ਜਦੋਂ ਬੱਚਾ ਖੂਹ ਵਿੱਚ ਡਿੱਗ ਪਿਆ ਤਾਂ ਸੁਖਦੇਵ ਕਾਹਲੀ ਨਾਲ ਆਪਣੇ ਘਰੋਂ ਨੌਕਰ ਸ਼ਿਵਰਾਮ ਨੂੰ ਸਮੇਤ ਰੱਸੀ ਦੇ ਖੂਹ ਤੇ ਲੈ ਆਇਆ। ਸੱਸਾ, ਜਲਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿੱਚ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਕੀ ਕੀਤਾ? 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿੱਚ ਫੌਜ ਅਤੇ ਪੁਲਿਸ ਤਾਇਨਾਤ ਕਰ ਦਿੱਤੀ। ਸਰਕਾਰੀ ਦਫ਼ਤਰਾਂ, ਵਿਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ ਵਿੱਚ ਅੰਗਰੇਜ਼ ਸਿਪਾਹੀ ਤਾਇਨਾਤ ਕਰ ਦਿੱਤੇ। ਹਾਹਾ, ਸੁਖਦੇਵ ਦੇ ਭਗਤ ਸਿੰਘ ਨਾਲ ਸੰਬੰਧ ਕਿਵੇਂ ਬਣੇ? ਸੁਖਦੇਵ ਦੇ ਤਾਇਆ ਜੀ ਦਾ ਭਗਤ ਸਿੰਘ ਦੇ ਪਿਤਾ ਜੀ ਦੇ ਘਰ ਆਉਣ ਜਾਉਣ ਸੀ। ਸੁਖਦੇਵ ਅਤੇ ਭਗਤ ਸਿੰਘ ਹਾਣੀ ਹੋਣ ਕਾਰਨ ਇਕੱਠੇ ਖੇਡਦੇ ਹੁੰਦੇ ਸਨ।
पंजवां, हेठ लिखे कौन सन? ऊड़ा सुखदेव। सुखदेव सी। सुखदेव भगत सिंह दा नेड़े दा साथी सी। एड़ा गौरा। गौरा सुखदेव दी चचेरी भैन सी। ईड़ी रहीमन। रहीमन सुखदेव दे घर काम करन वाली औरत सी। ससा किशन सिंह। किशन सिंह सरदार भगत सिंह जी दे पिताजी सन। 6वां प्रश्न है, अध्यापक आप बोल के विद्यार्थियों ਨੂੰ ਲਿਖਣ ਲਈ ਕਹੇ। ਹੁਣ ਤੁਸੀਂ ਇਹ ਅਭਿਆਸ ਦੇ ਤੌਰ ਤੇ ਆਪਣੀ ਕਾਪੀ ਤੇ ਲਿਖਣੇ ਨੇ। ਉਹ ਭਗਤ ਸਿੰਘ ਦਾ ਨੇੜੇ ਦਾ ਸਾਥੀ ਸੀ। ਗੌਰਾ ਸੁਖਦੇਵ ਤੋਂ 7 ਸਾਲ ਵੱਡੀ ਸੀ। ਉਸ ਦਾ ਸੁਭਾਅ ਚਿੜਚਿੜਾ ਸੀ। ਸੁਖਦੇਵ ਅਤੇ ਭਗਤ ਸਿੰਘ ਖੇਡਣ ਲੱਗ ਜਾਂਦੇ। ਇਹ ਘਟਨਾ ਨਿੱਕੀ ਨਹੀਂ ਸੀ। 7ਵਾਂ ਪ੍ਰਸ਼ਨ, ਪਾਠ ਦੇ ਆਧਾਰ ਤੇ ਹੇਠਾਂ ਦਿੱਤੇ ਗੋਲ ਚੱਕਰਾਂ ਵਿੱਚ ਬਾਲ ਸੁਖਦੇਵ ਦੇ ਸੁਭਾਅ ਬਚਪਨ ਬਾਰੇ ਜਾਣਕਾਰੀ ਲਿਖੋ। ਇੱਥੇ ਲਿਖਿਆ ਬਾਲ ਸੁਖਦੇਵ ਤੇ ਇਹਨਾਂ ਗੋਲ ਚੱਕਰਾਂ ਵਿੱਚ ਉਹਨਾਂ ਦੇ ਸੁਭਾਅ ਤੇ ਬਚਪਨ ਬਾਰੇ ਜਾਣਕਾਰੀ ਦੇਣੀ ਹੈ। ਆਓ ਸ਼ੁਰੂ ਕਰਦੇ ਹਾਂ। ਸੁਭਾਅ ਵਿੱਚ ਉਹ ਦਲੇਰ ਸੀ, ਦਿਮਾਗੀ ਸੀ, देश प्रेमी, सूझवान, चिड़चिड़ा ते जिद्दी, अंग्रेजां प्रति नफरत, भैन, कौरां दा प्यार, अनखीला, आपां लिख सकते हैं हुशियार भी सी ते सब तो जरूरी गल, इकल नू पसंद करन वाला, उन्होंने इकट्ठ विच रहना पसंद नहीं सी। अगे लिखिया है, अध्यापक विद्यार्थियों ਨੂੰ ਭਾਰਤ ਦੀ आजादी ਦੀ ਲੜਾਈ ਵਿੱਚ ਹਿੱਸਾ ਪਾਉਣ ਵਾਲੇ ਹੋਰਨਾਂ ਦੇਸ਼ ਭਗਤਾਂ ਬਾਰੇ ਜਾਣਕਾਰੀ ਦੇ ਕੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰੇ। ਤੇ ਬੱਚਿਓ, ਹੋਰ ਜਿਹੜੇ ਸ਼ਹੀਦ ਸੀਗੇ ਜਿਨ੍ਹਾਂ ਨੇ ਆਪਣੀ ਸ਼ਹੀਦੀ ਦਿੱਤੀ ਭਾਰਤ ਦੀ ਆਜ਼ਾਦੀ ਬਾਰੇ, ਉਸ ਬਾਰੇ ਤੁਹਾਡੀ ਅਧਿਆਪਕ ਚਰਚਾ ਕਰਨਗੇ। ਤੇ ਮੈਂ ਇੱਥੇ ਕੁਝ ਸ਼ਹੀਦਾਂ ਦੇ ਨਾਂ ਲਿਖ ਰਹੀ ਹਾਂ, ਜਿਵੇਂ ਸ਼ਹੀਦ
मदन लाल ढींगरा, शहीद करतार सिंह सराबा, विष्णु गणेश, शहीद चंद्रशेखर आजाद, शहीद उत्तम सिंह। और बहुत शहीद हैगे ने जिन्हों ने अपनी जान की बाजी की परवाह किए बिना साडे देश नू आजादी दिलाई। ये हो गया अज का पाठ। मैं उम्मीद करती हाँ थानू वधिया लग्या होएगा, तुहाडा हौसला भी वधिया होएगा देश प्रति। हुण आपां अगली क्लास मिलांगे, तद तक तुसी अपना ध्यान रखियो। सत श्री अकाल।